I'm waiting for more people to join and I'll start talking. Okay, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਾਈਵ ਪੰਜਾਬੀ 'ਚ ਬੋਲੂੰਗੀ and I'm sorry ਜੇ ਮੇਰੀ ਪੰਜਾਬੀ ਇੰਨੀ ਵਧੀਆ ਨਹੀਂ ਹੈਗੀ। ਮੈਂ ਅਮਰੀਕਨ ਬੋਰਨ ਆ and ਮੈਂ ਪੂਰੀ ਟਰਾਈ ਕਰੂੰਗੀ ਕਿ ਮੈਂ ਪੰਜਾਬੀ 'ਚ ਵਧੀਆ ਬੋਲਾਂ। ਜੇ ਨਹੀਂ ਮੇਰੇ ਤੋਂ ਨਹੀਂ ਵਧੀਆ ਬੋਲਿਆ ਗਿਆ then ਪਲੀਜ਼ ਮੈਨੂੰ ਮਾਫ ਕਰਿਓ। ਮੈਂ ਟਰਾਈ ਕਰ ਰਹੀ ਹਾਂ। ਤੁਹਾਨੂੰ ਪਤਾ ਹੀ ਸਿਚੁਏਸ਼ਨ ਕੀ ਆ and ਮੈਂ ਆਪਣੀ ਸਾਈਡ ਦੱਸਣ ਆਈ ਹਾਂ। ਬੇਸਿਕਲੀ ਕੱਲ ਜਿਹੜੀ ਲਾਈਵ ਹੋਈ ਸੀਗੀ ਉਹ 'ਚ ਤਾਂ ਕੋਈ ਦੱਸਿਆ ਨਹੀਂ ਗਿਆ ਫੈਕਟ ਕੀ ਆ। ਮੈਂ ਪਹਿਲਾਂ ਵੀ ਜਦੋਂ ਪੋਸਟ ਪਾਈ ਸੀਗੀ ਮੈਂ ਇਹੀ ਕਿਹਾ ਸੀਗਾ ਕਿ ਇਸ ਵੀਡੀਓ 'ਚ ਸਿਰਫ ਫੈਕਟ ਹੋਣਗੇ and that's it. No bullshit, no sympathy, no nothing. I'm not crying. I'm not going to do drama of crying. I'm going to state facts. ਪਹਿਲੀ ਗੱਲ ਇਹ ਬਹੁਤ ਹਿੰਮਤ ਚਾਹੀਦੀ ਹੈ ਲਾਈਵ ਹੋਣਾ and ਮੈਂ ਕਦੀ ਕੋਈ ਗਲਤ ਰੀਜ਼ਨ ਲਈ ਲਾਈਵ ਨਹੀਂ ਆਈ, ਕੋਈ ਸਫਾਈ ਦੇਣ ਲਾਈਵ ਨਹੀਂ ਆਈ, but ਮੈਨੂੰ ਮਜਬੂਰ ਕੀਤਾ ਗਿਆ। I had to come live today because ਜੋ ਗੱਲਾਂ ਕੱਲ ਕਹੀਆਂ ਗਈਆਂ they were not okay and ਜਿਹੜੀਆਂ ਗੱਲਾਂ ਮੈਨੂੰ DM 'ਚ ਮਿਲ ਰਹੀਆਂ ਸੁਣਨ ਨੂੰ I'm not okay with that. Okay, let's start from the beginning. ਸ਼ੁਰੂ ਤੋਂ ਕਰੂੰਗੀ ਮੈਂ ਗੱਲ where everything started. 2017 'ਚ ਮੇਰੇ ਕਜ਼ਨ ਦਾ ਵਿਆਹ ਸੀਗਾ ਇੰਡੀਆ ਰਾਜਸਥਾਨ। ਵਿਆਹ ਤੇ ਗਈ ਸੀਗੀ, ਉੱਥੇ ਦਿਲਪ੍ਰੀਤ ਪਰਫਾਰਮ ਕਰ ਰਿਹਾ ਸੀਗਾ। ਅਸੀਂ ਫੋਟੋ ਖਿਚਾਈ ਇੱਕ ਦੂਜੇ ਨਾਲ। Sorry if I stop in between to take a breath because I have really bad anxiety. ਫੋਟੋ ਖਿਚਾਈ। ਜਦੋਂ ਅਮਰੀਕਾ ਵਾਪਸ ਆਈ ਮੈਂ ਉਹਨੂੰ ਭੇਜੀ and ਉਹਨੂੰ ਇਹੀ ਕਿਹਾ like he just started replying to me like you know how singers do. He just replied ਕਿੱਦਾਂ, ਕੀ ਹਾਲ ਚਾਲ, ਤੁਹਾਨੂੰ ਸ਼ੋਅ ਵਧੀਆ ਲੱਗਾ, ਤੁਹਾਡੇ ਪਰਿਵਾਰ ਨੂੰ ਸ਼ੋਅ ਵਧੀਆ ਲੱਗਾ, I hope ਕਿ like you know blah blah blah। ਗੱਲ ਸ਼ੁਰੂ ਹੋਈ। ਮੈਨੂੰ ਇਮੋਸ਼ਨਲੀ ਇਨਵੋਲਵ ਕੀਤਾ ਗਿਆ। ਮੈਨੂੰ ਬਹੁਤ ਛੇਤੀ ਉਹਨੇ ਮੈਨੂੰ ਕਹਿਤਾ ਸੀਗਾ ਕਿ ਮੈਂ ਤੈਨੂੰ ਬਹੁਤ ਲਾਈਕ ਕਰਦਾ ਆ and ਮੈਨੂੰ I love you ਉਹਨੇ ਬਹੁਤ ਛੇਤੀ ਕਹਿ ਦਿੱਤਾ ਸੀਗਾ। ਮੈਂ ਉਦੋਂ 19 years old ਸੀਗੀ, 19 ਸਾਲਾਂ ਦੀ। ਮੈਂ ਇੰਨੀ ਮੈਚੋਰ ਨਹੀਂ ਸੀਗੀ and ਦਿਲਪ੍ਰੀਤ ਮੇਰਾ ਸਾਰਾ ਫਰਸਟ ਸਭ ਕੁਝ ਸੀਗਾ, ਫਰਸਟ everything. Anyways, ਉਸ ਤੋਂ ਬਾਅਦ ਕੀ ਹੋਇਆ, ਦਿਲਪ੍ਰੀਤ 2 ਜਾਂ 3 ਮਹੀਨਿਆਂ ਬਾਅਦ ਕੈਲੀਫੋਰਨੀਆ ਆਇਆ ਮੇਰੀ ਫੈਮਿਲੀ ਨੂੰ ਮਿਲਣਾ ਸੀ। ਉਹਨੇ ਆਲਰੇਡੀ ਮੇਰੀ ਮਾਮ ਨਾਲ ਫੋਨ 'ਤੇ ਗੱਲ ਕੀਤੀ ਹੋਈ ਸੀਗੀ। ਉਹਨੇ ਇਹੀ ਕਿਹਾ ਸੀ ਸ਼ੁਰੂ ਤੋਂ ਕਿ ਤੁਹਾਡੀ ਕੁੜੀ ਮੈਨੂੰ ਬਹੁਤ ਪਸੰਦ ਆ, ਮੈਂ ਉਹਨਾਂ ਨਾਲ ਵਿਆਹ ਕਰਾਉਣਾ ਚਾਹੁੰਦਾ ਆ ਐਂਡ ਮੇਰੀ ਮਾਮ ਨੇ ਹਮੇਸ਼ਾ ਇਹੀ ਕਿਹਾ ਸੀ ਇਹਦੀ ਪੜ੍ਹਾਈ ਚੱਲਦੀ ਆ, ਇਹਨੇ ਪੜ੍ਹਾਈ ਕਰਕੇ ਤੁਸੀਂ ਜੋ ਮਰਜ਼ੀ ਕਰ ਲਿਓ ਇਹਨੇ, ਪਰ ਯੂ ਨੋ ਲਾਈਕ ਹਲੇ ਵਿਆਹ ਤਾਂ ਯੂ ਨੋ ਹਲੇ ਇਹਦਾ ਬਣਦਾ ਨਹੀਂ। ਐਂਡ ਜਦੋਂ ਆਇਆ ਕਹਿੰਦਾ ਕੋਈ ਨਾ ਮੈਂ ਤੁਹਾਨੂੰ ਆਪ ਹੀ ਮਨਾ ਲੂੰਗਾ। ਆਇਆ ਮੇਰੀ ਪੂਰੀ ਫੈਮਿਲੀ ਨੂੰ ਮਿਲਿਆ। ਮੇਰੇ ਕਜ਼ਨ ਦਾ ਵੀ ਦੂਜਾ ਵਿਆਹ ਸੀਗਾ ਇੱਥੇ, ਇੱਕ ਹੋਰ ਮੇਰੇ ਕਜ਼ਨ ਦਾ, ਉੱਥੇ ਪਰਫਾਰਮ ਕੀਤਾ। ਉੱਥੇ ਮੇਰੀ ਸਾਰੀ ਫੈਮਿਲੀ ਆਈ ਹੋਈ ਸੀ, ਦੂਰ ਦੇ ਰਿਸ਼ਤੇਦਾਰ ਸਭ, ਸਾਰਿਆਂ ਨੂੰ ਮਿਲਿਆ and he got everybody to like him, like everybody fell in love with him. ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕੱਲ ਦੇ ਲਾਈਵ ਦੇਖ ਕੇ like he's really good at talking, he's really good at like getting people to just have his side. Anyways, he started telling my parents ਕਿ ਮੈਂ ਇਹਨੂੰ ਲੈ ਕੇ ਜਾਣਾ ਇੰਗਲੈਂਡ, ਲੈ ਕੇ ਜਾਣਾ ਮੈਂ ਇਹਨੂੰ, ਉੱਥੇ ਲੈ ਕੇ ਜਾਣਾ। ਮੇਰੇ ਪੇਰੈਂਟਸ ਕਹਿੰਦੇ ਕਿ ਤੂੰ ਇਹਦੇ ਨਾਲ ਇੱਦਾਂ ਨਹੀਂ ਘੁੰਮ ਸਕਦਾ, ਤੈਨੂੰ ਰੋਕਾ ਕਰਾਉਣਾ ਪੈਣਾ ਹੈ। ਰੋਕਾ ਕਰਾਇਆ। ਉਸ ਤੋਂ ਬਾਅਦ ਜਦ ਮੈਂ ਇੰਡੀਆ ਜਾਣ ਲੱਗੀ ਸੀਗੀ ਫॉर ਵੈਡਿੰਗ ਸ਼ਾਪਿੰਗ, ਮੈਂ 1 ਮਹੀਨਾ ਪਹਿਲਾਂ ਚਲੀ ਗਈ ਸੀਗੀ। ਮੈਂ ਉਹਦੇ ਉੱਥੇ ਮਾਸੀ ਕੋਲ ਰਹਿੰਦੀ ਸੀ ਜਲੰਧਰ when we were doing wedding shopping and everything. And we were doing wedding shopping one day. ਉਦੋਂ ਮੈਨੂੰ ਯਾਦ ਆ ਮੈਨੂੰ ਕਿਸੇ ਕੁੜੀ ਨੇ FaceTime ਕੀਤਾ ਸੀਗਾ and she showed me that Dilpreet was in the hotel room with her. This was before I left for India. And both panga pya si, my mom got involved. I told my mom about it and she's all like, you know, what is this? She asked him everything and
he used to call her bebe ਪਹਿਲਾਂ he's like bebe ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਅੰਬਰ ਨੂੰ ਬਹੁਤ ਪਿਆਰ ਕਰਦਾ ਆ ਉਹ ਕੁੜੀ ਮੈਨੂੰ ਫਸਾਉਣਾ ਚਾਹੁੰਦੀ ਸੀਗੀ ਹੋਟਲ ਵਾਲੇ ਤੋਂ ਉਹਨੇ ਚਾਬੀ ਲੈ ਲਈ ਸੀ ਅੰਦਰ ਵੜ ਗਈ ਸੀ ਇਹ ਉਹ and again ਮੈਂ ਗੱਲਾਂ ਚ ਆ ਗਈ he's all like Amber like I swear like ਇਦਾਂ ਦੀ ਕੋਈ ਗੱਲ ਨਹੀਂ ਹੈਗੀ then when I went to India back on topic when I went to India shopping ਲਈ I found out I forgot how I found out but I found out that it was true and Oman bhi gaya siga he said yeah Amber like this and that we got in a big ass fight udo mainu pehli baar Dalpreet ne kuttiya cuz I was leaving and he hit me I was filled up with bruises my arms filled up with bruises neck I had black eye it's hard to talk about this and I hope you guys are taking this seriously I see a lot of laughy faces in the comments it's not easy to talk about these kind of things anyways ਉਸ ਤੋਂ ਬਾਅਦ I was leaving ਮੈਂ ਮਾਸੀ ਨੂੰ ਫੋਨ ਕਰ ਦਿੱਤਾ ਸੀਗਾ ਮੈਂ ਕਿਹਾ ਮਾਸੀ ਜੀ ਪਲੀਜ਼ ਮੈਨੂੰ ਇੱਥੋਂ ਲੈ ਜਾਓ ਮੈਂ ਰਹਿਣਾ ਨਹੀਂ ਹੈਗਾ and he got on his knees and he said Amber please like ਮੈਂ ਵਿਆਹ ਤੋਂ ਬਾਅਦ ਕੁਝ ਨਹੀਂ ਕਰੂੰਗਾ ਸੌਂ ਲੱਗੇ ਤੇਰੀ like ਮੈਂ ਪਲੀਜ਼ ਮੈਂ ਬਦਲ ਚੁੱਕਿਆ ਆ ਤੂੰ ਮੇਰੀ ਲਾਈਫ ਚ ਆਈ ਆ ਮੇਰਾ ਕੋਈ ਕੇਅਰ ਕਰਨ ਵਾਲਾ ਹੈ ਨਹੀਂਗਾ ਤੇਰੇ ਤੋਂ ਬਿਨਾ please like just don't leave me Amber ਤੂੰ ਮੇਰਾ ਸਭ ਕੁਝ ਆ please and ਮੈਂ ਫਿਰ ਮੰਨ ਗਈ I said it's okay you know what like I'm giving you a chance everybody deserves a chance ਮੈਂ ਸਾਰੀ ਫੈਮਿਲੀ ਨਾਲ ਲੜੀ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਫਿਰ ਵਿਆਹ ਨੇੜੇ ਆਇਆ ਇੱਕ ਦਿਨ ਮੈਨੂੰ ਉਹ ਭਾਬੀ ਕੋ ਛੱਡ ਗਿਆ ਸੀਗਾ ਦਿਲਪ੍ਰੀਤ ਦੀ ਭਾਬੀ ਕੋਲੇ ਆਪਾਂ ਜ਼ਰਾਵਰ ਨੂੰ ਛੱਡਣ ਗਏ ਸੀ ਸਕੂਲ ਰਸਤੇ 'ਚ ਗੱਲਾਂ ਕਰਦੇ ਸੀਗੇ ਐਂਡ ਪੁੱਛਦੀ ਸੀ ਭਾਬੀ ਤੈਨੂੰ ਸਭ ਕੁਝ ਪਤਾ ਦਿਲਪ੍ਰੀਤ ਬਾਰੇ ਮੈਂ ਕਿਹਾ ਪਤਾ ਦੀ like I know everything about him and she said are you sure ਪੱਕਾ ਪਤਾ ਤੈਨੂੰ ਸਭ ਕੁਝ and obviously she was trying to tell me something ਕੁਝ ਦੱਸਣ ਦੀ ਟਰਾਈ ਕਰ ਰਹੀ ਸੀ ਦੀ and ਮੈਂ ਕਿਹਾ ਪਲੀਜ਼ ਮੈਨੂੰ ਦੱਸੋ ਹਨਾ ਕੀ ਗੱਲ ਆ like ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਆ ਦੀ ਕਹਿੰਦੀ ਤੈਨੂੰ ਲਾਈਕ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿਉਂਕਿ ਇਦਾਂ ਕਰਕੇ ਉਹਦੀ ਐਕਸ ਵੀ ਸੀਗੀ this is another ex by the way she was talking about this ex was from Canada he was in a 3-year relationship with her this story is on Core Movement the 3-year Calgary girl this is her she was telling me about that and I knew about that he told me that he had one ex before that ex and then that was her second one I'm sorry if this is confusing there's a lot of girls then ਕਹਿੰਦੀ ਇਹਦਾ ਵਿਆਹ ਹੋਇਆ ਸੀਗਾ I did not know that ਮੈਨੂੰ ਇਦਾਂ ਪਤਾ ਸੀਗਾ ਕਿ how do I turn off the comments bro hey how do I turn them off sorry I can't like focus because I'm seeing all these anyways ਕਹਿੰਦੀ ਸੀਗੀ ਇਹਦਾ ਵਿਆਹ ਹੋਇਆ ਮੈਂ ਕਿਹਾ ਦੀ ਉਹਨੇ ਤਾਂ ਮੈਨੂੰ ਇਦਾਂ ਕਿਹਾ ਸੀਗਾ ਕਿ ਉਹਦੀ ਮੰਗਣੀ ਹੋਈ ਆ ਦਿਲਪ੍ਰੀਤ ਨੇ ਮੈਨੂੰ ਇਦਾਂ ਦੱਸਿਆ ਸੀ ਉਹਦੀ ਮੰਗਣੀ ਹੋਈ ਆ and ਉਹਦੀ ਮੰਗਣੀ ਟੁੱਟ ਗਈ ਸੀਗੀ so obviously I was hurt ਉਦੋਂ ਵੀ ਮੈਂ ਸੋਚਿਆ ਕਿ shit ਯਾਰ like ਆ ਕੀ you know and ਉਹ ਆਇਆ ਵਾਪਸ ਘਰੇ ਕਹਿੰਦਾ ਕਿ ਜੇ ਮੈਂ ਤੈਨੂੰ ਦੱਸ ਦਿੰਦਾ ਮੇਰਾ ਵਿਆਹ ਹੋਇਆ ਸੀ ਤੂੰ ਮੈਨੂੰ ਹਾਂ ਕਹਿ ਦਿੰਦੀ ਮੈਂ ਕਿਹਾ no I wouldn't have ਮੈਂ ਕਿਹਾ I don't want to marry someone who's been married before like I'm only 19 years old I don't need that right I don't know what you did bro hey come fix this where'd you go sorry guys give me 1 second I'm having issues right now wait how am I gonna put that I don't know why I can't there we go all right there we go anyways ਮੈਨੂੰ ਪਤਾ ਲੱਗਾ ਉਹਦਾ ਵਿਆਹ ਹੋਇਆ ਉਦੋਂ ਵੀ ਸਾਡੀ ਬਹੁਤ ਵੱਡੀ ਲੜਾਈ ਹੋਈ and then he did the same drama again saying ਤੂੰ ਮੇਰੇ ਨਾਲ ਵਿਆਹ ਕਰਾ ਲੈਂਦੀ if you knew and this and that and I felt bad for him again he threw his mom card at me again saying I don't have a mom like I am the way I am because I don't have a mom I need someone in my life who's like I need stability like you're that stability you're that good person that I need anyways